रहमान रहीम अस्सलामुअलैकुम। एक दिन एक बादशाह अपने वजीर ਨੂੰ ਨਾਲ ਲੈ ਕੇ ਤੇ ਬਾਹਰ ਸੈਰ ਵਾਸਤੇ ਚਲੇ ਗਏ। ਉਹ ਚਾਹੁੰਦੇ ਸੀ ਵੀ ਅਸੀਂ ਆਵਾਮ ਦੇ ਵਿੱਚ ਘੁਲ ਮਿਲ ਕੇ ਆਵਾਮ ਦੇ ਹਾਲ ਜਿਹੜੇ ਨੇ ਉਹਨਾਂ ਦਾ ਪਤਾ ਚਲਾਈਏ ਵੀ ਸਾਡੀ ਆਵਾਮ ਜਿਹੜੀ ਏ ਉਹ ਕਿਸ ਤਰ੍ਹਾਂ ਜ਼ਿੰਦਗੀ ਬਸਰ ਕਰ ਰਹੀ ਹੈ। ਉਹ ਚਲਦਿਆਂ ਚਲਦਿਆਂ ਦੂਰ ਦਰਾਜ਼ ਇਲਾਕੇ ਦੇ ਵਿੱਚ ਚਲੇ ਗਏ। ਇੱਕ ਜਗ੍ਹਾ ਤੇ ਉਹਨਾਂ ਵੇਖਿਆ ਇੱਕ ਖੇਤ ਏ ਤੇ ਉਥੇ ਇੱਕ ਜੱਟ ਜਿਹੜਾ ਹੈ ਉਹ ਸੁੱਤਾ ਪਿਆ। ਉਹ ਰੋੜਿਆਂ ਦੇ ਉੱਤੇ ਹੀ ਸੁੱਤਾ ਪਿਆ। ਉਹਦੇ ਕੋਲ ਕੋਈ ਬਿਸਤਰ ਨਹੀਂ ਹੈਗਾ, ਕੋਈ ਤਕੀਆ ਨਹੀਂ ਦਾ, ਤੇ ਵੱਡੇ ਵੱਡੇ ਜਿਹੜੇ ਨੇ ਇੱਟਾਂ ਤੇ ਰੋੜੇ ਜਿਹੜੇ ਨੇ ਉਹਦੇ ਥੱਲੇ ਪਏ ਨੇ, ਤੇ ਇੰਨੀ ਗੂੜੀ ਨੀਂਦਰ ਉਹ ਸੁੱਤਾ ਪਿਆ ਵੀ ਅਗਰ ਉਹ ਘਰ ਦੇ ਵਿੱਚ ਵੀ ਹੋਵੇ ਤੇ ਸ਼ਾਇਦ ਉਹਨੂੰ ਨੀਂਦਰ ਇੰਨੀ ਨਾ ਆਵੇ। ਬਾਦਸ਼ਾਹ ਨੇ ਵਜ਼ੀਰ ਨੂੰ ਪੁੱਛਿਆ ਵੀ ਇਹ ਏਡੀਆਂ ਏਡੀਆਂ ਇੱਟਾਂ ਜਿਹੜੀਆਂ ਨੇ ਉਹਦੇ ਉੱਤੇ ਸੁੱਤਾ ਪਿਆ ਤੇ ਇਹਨੂੰ ਨੀਂਦਰ ਕਿਵੇਂ ਆ ਗਈ? ਵਜ਼ੀਰ ਨੇ ਕਿਹਾ ਮਾਹੌਲ ਜਿਹੜਾ ਹੈ ਇਨਸਾਨ ਤੇ ਅਸਰ ਅੰਦਾਜ਼ ਹੋ ਜਾਂਦਾ ਹੈ। ਜਿਸ ਤਰ੍ਹਾਂ ਦੇ ਉਹ ਮਾਹੌਲ ਦੇ ਵਿੱਚ ਰਵੇ ਉਸ ਤਰ੍ਹਾਂ ਦਾ ਜਿਹੜੀ ਉਹਦੀ ਤਬੀਅਤ ਬਣ ਜਾਂਦੀ ਹੈ। ਇਹ ਇੱਟਾਂ ਵਾਲੇ ਮਾਹੌਲ ਦੇ ਵਿੱਚ ਰਹਿੰਦੇ ਨੇ, ਇਸ ਵਾਸਤੇ ਇਹਨੂੰ ਇੱਟਾਂ ਤੇ ਨੀਂਦਰ ਆ ਗਈ। ਲੇਕਿਨ ਵਜ਼ੀਰ ਦੇ ਇਸ ਜਵਾਬ ਤੇ ਬਾਦਸ਼ਾਹ ਮੁਤਮਿਨ ਨਾ ਹੋਇਆ। ਬਾਦਸ਼ਾਹ ਨੇ ਕਿਹਾ ਵੀ ਮੈਂ ਇਸ ਗੱਲ ਤੇ ਐਗਰੀ ਨਹੀਂ ਦਾ, ਮੈਂ ਇਹ ਗੱਲ ਜਿਹੜੀ ਹੈ ਨਾ ਇਹ ਨਹੀਂ ਮੰਨਦਾ ਵੀ ਮਾਹੌਲ ਬੰਦੇ ਤੇ ਅਸਰ ਅੰਦਾਜ਼ ਹੁੰਦਾ ਹੈ। ਵਜ਼ੀਰ ਨੇ ਕਿਹਾ ਵੀ ਮੈਂ ਇਹ ਗੱਲ ਬਿਲਕੁਲ ਤਜਰਬੇ ਦੇ ਨਾਲ ਇਹ ਸਾਬਤ ਕਰਵਾ ਸਕਣਾ ਵੀ ਮਾਹੌਲ ਬੰਦੇ ਦੇ ਉੱਤੇ ਅਸਰ ਅੰਦਾਜ਼ ਹੋ ਜਾਂਦਾ ਹੈ। ਬਾਦਸ਼ਾਹ ਨੇ ਕਿਹਾ ਠੀਕ ਹੈ, ਤੈਨੂੰ ਇਜਾਜ਼ਤ ਹੈ। ਵਜ਼ੀਰ ਨੇ ਕਿਹਾ ਵੀ ਇਸ ਆਦਮੀ ਨੂੰ ਖੜਾ ਕਰੋ ਤੇ ਇਹਨੂੰ ਜਿਹੜਾ ਆਪਣੇ ਮਹੱਲਾਂ ਦੇ ਵਿੱਚ ਲੈ ਕੇ ਚੱਲਨੇ ਆ ਤੇ ਉੱਥੇ ਇਹਨੂੰ ਕੋਈ ਮਹੀਨਾ ਡੇਢ ਮਹੀਨਾ ਰੱਖਾਂਗੇ ਤੇ ਉਸ ਤੋਂ ਬਾਅਦ ਜਿਹੜਾ ਨਾ ਮੈਂ ਤੁਹਾਨੂੰ ਤਜਰਬਾ ਕਰਾਵਾਂਗਾ ਬੰਦੇ ਦੇ ਉੱਤੇ ਮਾਹੌਲ ਕਿਸ ਤਰ੍ਹਾਂ ਅਸਰ ਅੰਦਾਜ਼ ਹੁੰਦਾ। ਬਾਦਸ਼ਾਹ ਨੇ ਉਸ ਜੱਟ ਨੂੰ ਖੜਾ ਕੀਤਾ ਤੇ ਉਸ ਨੂੰ ਕਿਹਾ ਵੀ ਤੂੰ ਸਾਡੇ ਨਾਲ ਜਿਹੜਾ ਨਾ ਮਹੱਲ ਦੇ ਵਿੱਚ ਚੱਲਣਾ ਤੇ ਕੋਈ ਮਹੀਨਾ ਡੇਢ ਮਹੀਨਾ ਉੱਥੇ ਸਾਡੇ ਨਾਲ ਹੀ ਰਹਿਣਾ। ਉਸ ਜੱਟ ਨੇ ਕਿਹਾ ਵੀ ਮੁੰਜੀ ਦਾ ਟਾਈਮ ਹੈ ਤੇ ਮੇਰੇ ਕੰਮਕਾਰ ਦਾ ਵਕਤ ਹੈ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਮੈਂ ਆਪਣਾ ਇਹ ਕੰਮ ਛੱਡ ਕੇ ਤੇ ਤੁਹਾਡੇ ਨਾਲ ਟੁਰ ਜਾਵਾਂ। ਬਾਦਸ਼ਾਹ ਨੇ ਕਿਹਾ ਵੀ ਤੇਰੀ ਜ਼ਮੀਨ ਕਿੰਨੀ ਹੈ? ਉਸਨੇ ਕਿਹਾ ਮੇਰੀ 10 ਏਕੜ ਜ਼ਮੀਨ ਹੈ। 10 ਏਕੜ ਜ਼ਮੀਨ ਜਿਹੜੀ ਮੈਂ ਤਿਆਰ ਕਰਨੀ ਹੈ, ਉਸ ਤੋਂ ਬਾਅਦ ਉਹਦੇ ਵਿੱਚ ਮੁੰਜੀ ਕਾਸ਼ਤ ਕਰਾਂਗਾ ਤੇ ਮੁੰਜੀ ਤਿਆਰ ਹੋ ਜਾਏਗੀ ਤੇ ਉਸ ਤੋਂ ਬਾਅਦ ਮੈਂ ਫਾਰਗ ਹੋਵਾਂਗਾ। ਬਾਦਸ਼ਾਹ ਨੇ ਕਿਹਾ ਵੀ ਉਹ 10 ਏਕੜ ਜ਼ਮੀਨ ਜਿਹੜੀ ਹੈ ਉੱਥੋਂ ਜਿਹੜੀ ਪੈਦਾਵਾਰ ਹੋਣੀ ਹੈ ਉਹਨੇ ਕਿੰਨੀ ਆਮਦਨ ਹੁੰਦੀ ਹੈ? ਉਹ ਜੱਟ ਨੇ ਸਾਰਾ ਹਿਸਾਬ ਕਿਤਾਬ ਲਾ ਕੇ ਇੱਕ ਇੱਕ ਚੀਜ਼ ਜਿਹੜੀ ਹੈ ਉਹਨੇ ਗਿਣਵਾਈ ਤੇ ਖਰਚਾ ਜਿਹੜਾ ਹੈ ਉਹਨੂੰ ਮਾਈਨਸ ਕੀਤਾ। ਉਸ ਤੋਂ ਬਾਅਦ ਉਹਦਾ ਜਿਹੜਾ ਆਮਦਨ ਸੀ ਸਾਰੀ ਉਹ ਬਾਦਸ਼ਾਹ ਦੇ ਸਾਹਮਣੇ ਰੱਖੀ ਵੀ ਇੰਨੀ ਮੈਨੂੰ ਆਮਦਨ ਹੋਵੇਗੀ। ਬਾਦਸ਼ਾਹ ਨੇ ਕਿਹਾ ਵੀ ਤੂੰ ਆਪਣਾ ਕੰਮ ਇੱਥੇ ਹੀ ਰੋਕ ਦੇ, ਇੰਨੇ ਪੈਸੇ ਜਿਹੜੇ ਨੇ ਅਸੀਂ ਤੈਨੂੰ ਦਿੰਨੇ ਆ ਤੇ ਤੂੰ ਸਾਡੇ ਨਾਲ ਮਹੱਲਾਂ ਦੇ ਵਿੱਚ ਚੱਲ। ਉਸ ਨੇ ਕਿਹਾ ਠੀਕ ਹੈ, ਤੁਸੀਂ ਮੈਨੂੰ ਇੰਨੇ ਪੈਸੇ ਦੇ ਦਿਓ ਤੇ ਮੈਂ ਆਪਣਾ ਕੰਮ ਇੱਥੇ ਰੋਕ ਦਿੰਦਾ। ਬਾਦਸ਼ਾਹ ਨੇ ਉਹਨੂੰ ਪੈਸੇ ਗਿਣ ਕੇ ਦੇ ਦਿੱਤੇ ਵੀ ਇਹ ਲੋ ਪੈਸੇ। ਜੱਟ ਨੇ ਆਪਣੇ ਬਲਦਾਂ ਨੂੰ ਜਿਹੜਾ ਉਹਨਾਂ ਦੇ ਕਿੱਲਿਆਂ ਤੇ ਕਰ ਦਿੱਤਾ ਤੇ ਉਸ ਤੋਂ ਬਾਅਦ ਘਰ ਗਿਆ। ਘਰ ਜਾ ਕੇ ਉਹਨੇ ਆਪਣੀ ਬੀਵੀ ਨੂੰ ਕਿਹਾ ਵੀ ਮੈਂ ਕੋਈ ਮਹੀਨੇ ਡੇਢ ਮਹੀਨੇ ਵਾਸਤੇ ਕਿਤੇ ਕੰਮ ਜਾ ਰਿਹਾ ਤੇ ਇਹ ਸਾਰੇ ਪੈਸੇ ਲਵੋ, ਇਹਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਜਿਹੜਾ ਉਹ ਚਲਾਓ ਤੇ ਉਸ ਤੋਂ ਬਾਅਦ ਮੈਂ ਆ ਜਾਵਾਂਗਾ। ਬੀਵੀ ਨੇ ਇਜਾਜ਼ਤ ਦੇ ਦਿੱਤੀ ਵੀ ਠੀਕ ਹੈ। ਉਹ ਜੱਟ ਬਾਦਸ਼ਾਹ ਦੇ ਵਜ਼ੀਰ ਦੇ ਨਾਲ ਟੁਰ ਗਿਆ। ਉੱਥੇ ਜਾ ਕੇ ਤੇ ਵਜ਼ੀਰ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਵੀ ਇਹ ਜਿਹੜਾ ਸਾਡਾ ਸ਼ਾਹੀ ਮਹਿਮਾਨ ਹੈ ਇਹਨੂੰ ਪੂਰੇ ਆਰਾਮ ਦੇ ਨਾਲ ਤੇ ਸਕੂਨ ਦੇ ਨਾਲ ਇਹਨੂੰ ਰਾਤ ਨੂੰ ਬਿਸਤਰ ਕਰਕੇ ਦੇਣਾ ਹੈ। ਇਹਦਾ ਖਾਣਾ ਪੀਣਾ ਚਾਹੇ ਆਰਾਮ ਦਾ ਖਿਆਲ ਰੱਖਣਾ ਤੇ ਇਹਦੇ ਵੱਲੋਂ ਕੋਈ ਸ਼ਿਕਾਇਤ ਨਾ ਆਵੇ। ਜਦੋਂ ਰਾਤ ਗੁਜ਼ਰੀ ਤੇ ਦਿਨ ਦੇ ਟਾਈਮ ਤੇ ਜੱਟ ਉੱਠਿਆ ਤੇ ਬਾਦਸ਼ਾਹ ਨੇ ਉਹਨੂੰ ਸਵਾਲ ਕੀਤਾ ਵੀ ਰਾਤ ਕੈਸੀ ਗੁਜ਼ਰੀ? ਉਹਨੇ ਕਿਹਾ ਬਾਦਸ਼ਾਹ ਸਲਾਮਤ, ਰਾਤ ਬਹੁਤ ਹੀ ਅੱਛੀ ਗੁਜ਼ਰੀ ਹੈ, ਬੜਾ ਸਕੂਨ ਆਇਆ, ਕੋਈ ਗਰਮੀ ਨਹੀਂ ਲੱਗੀ, ਕੋਈ ਪਰੇਸ਼ਾਨੀ ਨਹੀਂ ਆਈ। ਉਸ ਤੋਂ ਬਾਅਦ ਦੂਸਰੀ ਰਾਤ ਹੋ ਗਈ, ਫਿਰ ਤੀਸਰੀ ਰਾਤ ਹੋ ਗਈ। ਬਾਦਸ਼ਾਹ ਨੇ ਆਪਣਾ ਇਹ ਮਾਮੂਲ ਬਣਾ ਲਿਆ ਸੀ ਵੀ ਜਦੋਂ ਉਹ ਜੱਟ ਜਿਹੜਾ ਉੱਠ ਕੇ ਤੇ ਆਪਣੇ ਬਾਦਸ਼ਾਹ ਦੇ ਕੋਲ ਆਉਂਦਾ ਸੀ ਤੇ ਬਾਦਸ਼ਾਹ ਉਹਨੂੰ ਇਹ ਸਵਾਲ ਲਾਜ਼ਮੀ ਕਰਦਾ ਸੀ ਵੀ ਰਾਤ ਕੈਸੀ ਗੁਜ਼ਰੀ ਹੈ, ਤੇ ਉਹ ਜੱਟ ਜਿਹੜਾ ਹੈ ਉਹ ਮੁਸਬਤ ਹੀ ਜਵਾਬ ਦਿੰਦਾ ਸੀ ਵੀ ਰਾਤ ਬਹੁਤ ਅੱਛੀ ਗੁਜ਼ਰ ਗਈ। ਜਦੋਂ ਇੱਕ ਮਾਹ ਗੁਜ਼ਰ ਗਿਆ ਤੇ ਵਜ਼ੀਰ ਨੇ
ਉਹ ਜਿਹੜਾ ਨੌਕਰ ਸੀ, ਜਿਹੜਾ ਉਹਦਾ ਬਿਸਤਰ ਜਿਹੜਾ ਹੈ ਉਹ ਵਿਛਾਉਂਦਾ ਸੀ, ਲਗਾਉਂਦਾ ਸੀ ਤੇ ਉਹਦੇ ਆਰਾਮ ਦਾ ਖਿਆਲ ਰੱਖਦਾ ਸੀ। ਉਸ ਨੂੰ ਉਹਨੇ ਕਿਹਾ ਵੀ ਇਹਦਾ ਜਦੋਂ ਬਿਸਤਰ ਵਿਛਾਉਣਾ ਹੈ ਤੇ ਜਿਹੜੀ ਚਾਦਰ ਉੱਤੇ ਵਿਛਾਉਣੀ ਬੈੱਡ ਦੇ ਉੱਤੇ, ਉਹਦੇ ਥੱਲੇ 2 ਦਾਣੇ ਚਨਿਆਂ ਦੇ ਜਿਹੜੇ ਨੇ ਨਾ ਉਹ ਰੱਖ ਦੇਣੇ ਨੇ, ਥੋੜੇ ਥੋੜੇ ਵਕਫੇ ਦੇ ਨਾਲ, ਤੇ ਉਸ ਤੋਂ ਬਾਅਦ ਇਹਨੂੰ ਜੱਟ ਨੂੰ ਕਹਿਣਾ ਵੀ ਸੌਂ ਜਾ। ਉਹ ਨੌਕਰ ਨੇ ਇਸ ਤਰ੍ਹਾਂ ਹੀ ਕੀਤਾ ਵੀ ਉਹਦਾ ਬਿਸਤਰ ਲਾਇਆ ਤੇ ਉਸ ਤੋਂ ਬਾਅਦ ਜਿਹੜੀ ਉੱਤੇ ਚਾਦਰ ਵਿਛਾਉਣੀ ਸੀ, ਚਾਦਰ ਦੇ ਥੱਲੇ 2 ਦਾਣੇ ਚਨਿਆਂ ਦੇ ਜਿਹੜੇ ਸੀ ਨਾ ਉਹ ਡਾਲ ਦਿੱਤੇ। ਜੱਟ ਉੱਤੇ ਲੰਮਾ ਪੈ ਗਿਆ। ਜਦੋਂ ਉਹਨੂੰ ਮਹਿਸੂਸ ਹੋਇਆ ਵੀ ਥੱਲੇ ਕੁਛ ਹੈ ਵੱਜਦੀ ਏ, ਉਹ ਇਸ ਤਰ੍ਹਾਂ ਹੋ ਗਿਆ ਤੇ ਉਸ ਤੋਂ ਬਾਅਦ ਦੂਜਾ ਦਾਣਾ ਸੀ ਜਿਹੜਾ ਉਹ ਇੱਧਰ ਚੁਭਣ ਲੱਗ ਪਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਨਾ ਪੂਰੀ ਰਾਤ ਹੀ ਗੁਜ਼ਰ ਗਈ। ਕਦੇ ਉਹ ਇੱਧਰ ਪਾਸਾ ਮੋੜਦਾ ਹੈ, ਕਦੇ ਦੂਸਰੀ ਕਰਵਟ ਪਾਸਾ ਮੋੜ ਲੈਂਦਾ ਹੈ, ਲੇਕਿਨ ਉਹਨੂੰ ਸਾਰੀ ਰਾਤ ਸਕੂਨ ਨਾ ਆਇਆ। ਜਦੋਂ ਸੁਬਾਹ ਉੱਠਿਆ, ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਬਾਦਸ਼ਾਹ ਨੇ ਉਹਨੂੰ ਪੁੱਛਿਆ ਵੀ ਤੁਹਾਡੀ ਰਾਤ ਕੈਸੀ ਗੁਜ਼ਰੀ। ਉਹਨੇ ਹੈ ਬੜੀ ਆਵਾਜ਼ਾਰੀ ਦੀ, ਬੜੀ ਪਰੇਸ਼ਾਨੀ ਦੀ, ਪਤਾ ਨਹੀਂ ਚਾਦਰ ਦੇ ਥੱਲੇ ਕੀ ਕੁਝ ਤਿਨਕਾ ਸੀ ਕਿ ਕਿਹੜੀ ਚੀਜ਼ ਸੀ ਜਿਹੜੀ ਮੈਨੂੰ ਸਾਰੀ ਰਾਤ ਚੁਭਦੀ ਰਹੀ ਹੈ ਵੀ ਮੈਨੂੰ ਨੀਂਦਰ ਨਹੀਂ ਆਈ। ਉਸ ਤੋਂ ਬਾਅਦ ਵਜ਼ੀਰ ਦਾ ਤਜਰਬਾ ਮੁਕੰਮਲ ਹੋ ਗਿਆ। ਵਜ਼ੀਰ ਨੇ ਕਿਹਾ ਵੀ ਦੇਖੋ, ਜਦੋਂ ਇਹ ਇੱਟਾਂ ਵਾਲੇ ਮਾਹੌਲ ਦੇ ਵਿੱਚ ਸੀ ਤੇ ਇਹਨੂੰ ਨੀਂਦਰ ਆ ਗਈ ਵੱਡੀਆਂ ਵੱਡੀਆਂ ਇੱਟਾਂ ਤੇ ਰੋੜਿਆਂ ਦੇ ਉੱਤੇ। ਅੱਜ ਅਸੀਂ ਇਹਨੂੰ ਮਾਹੌਲ ਦਿੱਤਾ ਅੱਛਾ, ਪੁਰਸਕੂਨ, ਤੇ 1 ਦਾਣਾ ਜਾਂ 2 ਦਾਣੇ ਚਨਿਆਂ ਦੇ ਥੱਲੇ ਰੱਖੇ ਨੇ ਤੇ ਉਹਦੇ ਤੇ ਇਹਨੂੰ ਨੀਂਦਰ ਨਹੀਂ ਆਈ। ਇਸ ਵਾਸਤੇ ਮਾਹੌਲ ਬੰਦੇ ਤੇ ਅਸਰ ਅੰਦਾਜ਼ ਹੋ ਜਾਂਦਾ ਹੈ। ਬਾਦਸ਼ਾਹ ਇਹ ਗੱਲ ਸੁਣ ਕੇ ਤੇ ਮੁਤਮਿਨ ਹੋ ਗਿਆ। ਉਸਨੇ ਵੀ ਇਸ ਗੱਲ ਦੀ ਗਵਾਹੀ ਦਿੱਤੀ ਵੀ ਮਾਹੌਲ ਬੰਦੇ ਉੱਤੇ ਅਸਰ ਅੰਦਾਜ਼ ਹੋ ਜਾਂਦਾ ਹੈ। ਅਗਰ ਬੰਦੇ ਨੂੰ ਅੱਛਾ ਮਾਹੌਲ ਮਿਲੇ ਉਹ ਅੱਛਾ ਹੋ ਜਾਂਦਾ ਹੈ, ਅਗਰ ਬੁਰਾ ਮਾਹੌਲ ਮਿਲੇ ਤੇ ਉਹ ਆਦਮੀ ਵੀ ਬੁਰਾ ਹੀ ਹੋ ਜਾਂਦਾ ਹੈ। ਅਗਰ ਉਹਨੂੰ ਪੁਰਸਕੂਨ ਮਾਹੌਲ ਮਿਲੇ ਤੇ ਬੰਦਾ ਆਸਾਇਸ਼ ਪਸੰਦ ਹੋ ਜਾਂਦਾ ਹੈ, ਤੇ ਅਗਰ ਉਹਨੂੰ ਪੁਰਸਕੂਨ ਮਾਹੌਲ ਨਾ ਮਿਲੇ ਤੇ ਬੰਦਾ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਟਲ ਜਾਂਦਾ ਹੈ। ਅਸਲਾਮ ਵਾਲੇਕਮ ਵਰਹਿਮਤੁल्लाह।